Good morning to all of you. I am Professor Ratneshpal Singh from Mata Gujri College, Fatehgarh Sahib, standing in front of you for presenting my views on the topic of publication ethics. My language for today's lecture will be Punjabi one, as I have chosen the Punjabi language. So, starting with the publication ethics module 1, I will try to cover this topic in 3 to 4 modules. ਸਟਾਰਟਿੰਗ ਵਿਦ ਦਾ ਫਰਸਟ ਵਨ ਪਬਲੀਕੇਸ਼ਨ ਐਂਡ ਦਾ ਐਥਿਕਸ। ਜਦੋਂ ਅਸੀਂ ਪਬਲੀਕੇਸ਼ਨ ਐਥਿਕਸ ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲ ਸਭ ਤੋਂ ਪਹਿਲਾਂ ਦੋ ਵਰਡਸ ਆਉਂਦੇ ਹੈ, ਜਿਹਦਾ ਸਭ ਤੋਂ ਪਹਿਲਾਂ ਆਉਂਦਾ ਇੱਕ ਪਬਲੀਕੇਸ਼ਨ, ਦੂਸਰਾ ਆਉਂਦਾ ਹੈ ਐਥਿਕਸ। ਜਦੋਂ ਅਸੀਂ ਗੱਲ ਕਰਦੇ ਹਾਂ ਪਬਲੀਕੇਸ਼ਨ ਹੁੰਦੀ ਕੀ ਚੀਜ਼ ਹੈ? ਦ ਕਮਿਊਨੀਕੇਸ਼ਨ ਆਫ ਸਮਥਿੰਗ ਟੂ ਦ ਪਬਲਿਕ, ਮੇਕਿੰਗ ਇਨਫੋਰਮੇਸ਼ਨ ਜਨਰਲੀ ਨੋਨ। ਜਿਹੜੀ ਚੀਜ਼ ਆਪਾਂ ਨੂੰ ਪਤਾ ਹੈ ਉਸ ਨੂੰ ਪਬਲਿਕ ਦੇ ਸਾਹਮਣੇ, ਲੋਕਾਂ ਦੇ ਸਾਹਮਣੇ, ਸੁਸਾਇਟੀ ਦੇ ਸਾਹਮਣੇ ਪੇਸ਼ ਕਰਨਾ। the communication of the information to the general public। ਜਿਹੜੀ ਇਨਫੋਰਮੇਸ਼ਨ ਆਪਣੇ ਕੋਲ ਹੈਗੀ ਆ ਉਹਨੂੰ ਆਪਾਂ ਇੱਕ ਪ੍ਰਿੰਟਿੰਗ ਮਟੀਰੀਅਲ ਦੇ ਵਿੱਚ ਲੋਕਾਂ ਦੇ ਸਾਹਮਣੇ ਲੈ ਕੇ ਆਣਾ, ਇੱਕ ਪ੍ਰਿੰਟਿੰਗ ਮੈਟਰ ਦੇ ਵਿੱਚ ਲੋਕਾਂ ਦੇ ਸਾਹਮਣੇ ਲੈ ਕੇ ਆਣਾ, ਉਹਨੂੰ ਅਸੀਂ ਪਬਲੀਕੇਸ਼ਨ ਕਹਿੰਦੇ ਆ। ਫਿਰ ਜਦੋਂ ਅਸੀਂ ਐਥਿਕਸ ਦੀ ਗੱਲ ਕਰਦੇ ਆ ਵੀ ਐਥਿਕਸ ਕੀ ਹੁੰਦੇ ਆ, ਐਥਿਕਸ ਦਾ ਮਤਲਬ ਜੇ ਆਪਾਂ ਕਰੀਏ ਤਾਂ ਐਥਿਕਸ ਦਾ ਮਤਲਬ ਹੁੰਦਾ ਹੈ ਕਿ ਮੋਰਲ ਪ੍ਰਿੰਸੀਪਲਸ ਹੈ, ਜਿਹਨੂੰ ਆਪਾਂ ਕਹਿੰਦੇ ਆ ਸੋਸ਼ਲ ਵੈਲਿਊਜ਼ ਹੈ। ਆਪਣੇ ਲਈ ਕੀ ਚੀਜ਼ ਚੰਗੀ ਹੈ, ਕੀ ਚੀਜ਼ ਮਾੜੀ ਹੈ, ਮੀਨਸ ਰੂਲਸ ਐਂਡ ਰੈਗੂਲੇਸ਼ਨਸ। ਇੱਕ ਬੰਦੇ ਲਈ ਕਿਹੜੇ ਰੂਲਸ ਐਂਡ ਰੈਗੂਲੇਸ਼ਨਸ ਹੈ, ਕਿਹੜੀ ਚੀਜ਼ ਬੰਦੇ ਲਈ ਮਾੜੀ ਹੈ, ਕਿਹੜੀ ਚੀਜ਼ ਬੰਦੇ ਲਈ ਚੰਗੀ ਹੈ, ਜਿਹੜੀ ਇਸ ਚੀਜ਼ ਨੂੰ ਡਿਫਾਈਨ ਕਰਦੀ ਹੈ ਔਰ ਜਿਹਨੂੰ ਅਸੀਂ ਇੱਕ ਮੋਰਲ ਫਿਲਾਸਫੀ ਵੀ ਕਹਿ ਸਕਦੇ ਹਾਂ। ਦੈਟ ਇਜ਼ ਦ ਐਥਿਕਸ ਵਨ। ਹੁਣ ਜਦੋਂ ਆਪਾਂ ਨੂੰ ਇਹ ਦੋਨੋਂ ਮਤਲਬ ਕਲੀਅਰ ਹੋ ਗਏ ਵੀ ਪਬਲੀਕੇਸ਼ਨ ਕੀ ਹੁੰਦਾ, ਐਥਿਕਸ ਕੀ ਹੁੰਦੇ ਹੈ, ਤਾਂ ਆਪਾਂ ਇਹਨਾਂ ਦੋਨਾਂ ਵਰਡਸ ਨੂੰ ਕੰਬਾਈਨ ਕਰਾਂਗੇ, ਜਿਹੜੀ ਚੀਜ਼ ਨਿਕਲ ਕੇ ਆਉਂਦੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਪਬਲੀਕੇਸ਼ਨ ਐਥਿਕਸ। ਜੇ ਅਸੀਂ ਪਬਲੀਕੇਸ਼ਨ ਐਥਿਕਸ ਦੀ ਗੱਲ ਕਰੀਏ ਤਾਂ ਪਬਲੀਕੇਸ਼ਨ ਐਥਿਕਸ ਦਾ ਮਤਲਬ ਹੁੰਦਾ ਹੈ ਵੀ ਪਬਲੀਕੇਸ਼ਨ ਕਰਨ ਦੇ ਲਈ ਸਾਨੂੰ ਕਿਹੜੇ ਐਥਿਕਸ ਦੇ ਬਾਰੇ ਪਤਾ ਹੋਣਾ ਚਾਹੀਦਾ ਹੈ, ਜਾਂ ਪਬਲੀਕੇਸ਼ਨ ਦੇ ਵਿੱਚ ਕਿਹੜੇ ਐਥਿਕਸ ਹੈ, ਤਾਂ ਜੋ ਜਿਹੜੀ ਆਪਣੀ ਪਬਲੀਕੇਸ਼ਨ ਹੈ ਉਹ ਸਟਰੋਂਗ ਹੋ ਸਕੇ। ਇਹ ਚੀਜ਼ ਆਉਂਦੀ ਹੈ ਕਿ ਅੱਗੇ ਆਪਾਂ ਕਹਿੰਦਾ ਐਥੀਕਲ ਸਟੈਂਡਰਡਸ ਫॉर ਪਬਲੀਕੇਸ਼ਨ ਐਗਜ਼ਿਸਟ ਟੂ ਇਨਸ਼ੋਰ। ਹੁਣ ਐਥੀਕਲ ਸਟੈਂਡਰਡਸ ਪਬਲੀਕੇਸ਼ਨ ਦੇ ਵਿੱਚ ਕਿਉਂ ਹੁੰਦੇ? ਇਹਦੇ ਕੁਝ ਰੀਜ਼ਨਸ ਹੈ। ਪਹਿਲੀ ਚੀਜ਼, ਹਾਈ ਕੁਆਲਿਟੀ ਪਬਲੀਕੇਸ਼ਨ, public trust in the research findings, and people receive credit for their ideas। ਜਿਵੇਂ ethics ਦੀ ਇੰਪੋਰਟੈਂਸ ਹਰੇਕ ਬੰਦੇ ਦੀ ਲਾਈਫ ਦੇ ਵਿੱਚ ਹੈ, ਜਾਂ ethics ਦੀ ਇੰਪੋਰਟੈਂਸ ਹਰੇਕ ਪਾਰਟ ਦੇ ਵਿੱਚ ਹੈ, ethics ਦੀ ਇੰਪੋਰਟੈਂਸ ਹਰੇਕ ਸੁਸਾਇਟੀ ਦੇ ਵਿੱਚ ਹੈ, ਹਰੇਕ ਆਰਗੇਨਾਈਜੇਸ਼ਨ ਦੇ ਵਿੱਚ ਹੈ, ਸੇਮ ਹੀ ethics ਦੀ ਇੰਪੋਰਟੈਂਸ ਪਬਲੀਕੇਸ਼ਨ ਦੇ ਵਿੱਚ ਵੀ ਹੈ। ਕਹਿਣ ਨੂੰ ਬੜਾ ਛੋਟਾ ਜਿਹਾ ਵਰਡ ਆਦਾ, ਪਬਲੀਕੇਸ਼ਨ 'ਚ ਐਥਿਕਸ ਕੀ ਕਰਦੇ ਹੈ, ਠੀਕ ਹੈ ਨਾ ਜੀ, ਪਬਲੀਕੇਸ਼ਨ 'ਚ ਐਥਿਕਸ ਕੀ ਕਰਦੇ ਆ, ਪਰ ਨਹੀਂ, ਐਥਿਕਸ ਦੀ ਹਰ ਇੱਕ ਜਗ੍ਹਾ ਦੇ ਵਿੱਚ ਜ਼ਰੂਰਤ ਹੈ। ਪਬਲੀਕੇਸ਼ਨ 'ਚ ਸਭ ਤੋਂ ਜ਼ਿਆਦਾ ਪਬਲੀਕੇਸ਼ਨ 'ਚ ਜ਼ਰੂਰਤ ਕਿਉਂ ਹੈ? ਕਿਉਂਕਿ ਇਸ ਨਾਲ ਆਪਣੇ ਕੋਲ ਕੀ ਚੀਜ਼ ਨਿਕਲ ਕੇ ਆਉਂਦੀ, ਤਾਂ ਹਾਈ ਕੁਆਲਿਟੀ ਪਬਲੀਕੇਸ਼ਨਸ ਆਪਣੇ ਕੋਲ ਆ ਜਾਂਦੀਆਂ ਨੇ। ਪਬਲੀਕੇਸ਼ਨਸ ਹੈ ਉਹ ਬਹੁਤ ਹਾਈ ਕੁਆਲਿਟੀ ਦੀਆਂ ਨਿਕਲ ਕੇ ਸਾਹਮਣੇ ਆਉਂਦੀ, ਬਿਕੋਜ਼ ਜਿਹੜੀ ਚੀਜ਼ ਬਿਲਕੁਲ ਪ੍ਰੋਪਰ ਰੂਲਸ ਐਂਡ ਰੈਗੂਲੇਸ਼ਨਸ ਦੇ ਅਕੋਰਡਿੰਗਲੀ ਬਣੀ ਹੋਏਗੀ ਉਹ ਹਾਈ ਕੁਆਲਿਟੀ ਹੀ ਹੋਏਗੀ। ਜਿਸ ਪ੍ਰੋਪਰ ਰੂਲਸ ਐਂਡ ਰੈਗੂਲੇਸ਼ਨਸ ਫੋਲੋ ਹੋ ਰਹੀਆਂ ਹੋਣਗੀਆਂ, ਪ੍ਰੋਪਰ ਸਪੈਸੀਫਿਕੇਸ਼ਨਸ ਫੋਲੋ ਹੋ ਰਹੀਆਂ ਹੋਣਗੀਆਂ, ਪ੍ਰੋਪਰ ਸਟੈਂਡਰਡਸ ਫੋਲੋ ਹੋ ਰਹੇ ਹੋਣਗੇ, ਠੀਕ ਹੈ ਨਾ, ਉਹ ਇੱਕ ਹਾਈ ਕੁਆਲਿਟੀ ਚੀਜ਼ ਹੋਏਗੀ। ਜਿਵੇਂ ਆਪਾਂ ਕਹਿੰਦੇ ਨਾ ਕੋਈ ਪ੍ਰੋਡਕਟ ਸਭ ਤੋਂ ਵਧੀਆ ਕੁਆਲਿਟੀ ਦਾ ਕਦੋਂ ਬਣਦਾ ਹੈ? ਜਦੋਂ ਪ੍ਰੋਪਰ ਆਪਾਂ ਉਹਨੂੰ ਬਲੂਪ੍ਰਿੰਟ ਨੂੰ ਫੋਲੋ ਕਰਦੇ ਹਾਂ, ਪ੍ਰੋਪਰ ਉਸਨੂੰ ਆਪਾਂ ਸਟੈਂਡਰਡਸ ਨੂੰ ਫੋਲੋ ਕਰਦੇ ਹਾਂ, ਪ੍ਰੋਪਰ ਸਪੈਸੀਫਿਕੇਸ਼ਨਸ ਨੂੰ ਫੋਲੋ ਕਰਦੇ ਹਾਂ, ਤਾਂ ਉਹ ਹਾਈ ਕੁਆਲਿਟੀ ਦਾ ਬਣ ਜਾਂਦਾ ਹੈ। ਸੇਮ ਜਦੋਂ ਆਪਾਂ ਪਬਲੀਕੇਸ਼ਨਸ ਦੇ ਵਿੱਚ ਐਥਿਕਸ ਨੂੰ ਫੋਲੋ ਕਰਾਂਗੇ ਤਾਂ ਆਪਣੀ ਜਿਹੜੀ ਪਬਲੀਕੇਸ਼ਨ ਹੈ ਉਹ ਵੀ ਇੱਕ ਬਹੁਤ ਹਾਈ ਕੁਆਲਿਟੀ ਦੀ ਹੋਏਗੀ। ਦੈਨ ਪਬਲਿਕ ਟਰਸਟ ਇਨ ਦਾ ਰਿਸਰਚ ਫਾਈਂਡਿੰਗਸ। ਦੇਖੋ, ਜੇ ਐਥਿਕਸ ਹੋਣਗੇ ਆਪਣੀ ਰਿਸਰਚ ਦੇ ਵਿੱਚ, ਲੋਕਾਂ ਦਾ ਇੰਟਰਸਟ ਤਾਂ ਹੀ ਬਣੇਗਾ। ਜਿਵੇਂ ਫੋਰ ਐਗਜ਼ਾਮਪਲ ਕਰੋਨਾ ਦੀ ਮੈਡੀਸਨ ਹੈ, ਠੀਕ ਹੈ ਨਾ, ਕਰੋਨਾ ਦੀ ਮੈਡੀਸਨ ਹੈ, ਲੋਕਾਂ ਦਾ ਉਸ 'ਚ ਟਰਸਟ ਕਿਉਂ ਹੈ? ਬਿਕੋਜ਼ ਇੱਕ ਸਟੈਂਡਰਡ ਵੇ ਨਾਲ, ਐਥਿਕਸ ਦੇ ਨਾਲ, ਪ੍ਰੋਪਰ ਰੂਲਸ ਐਂਡ ਰੈਗੂਲੇਸ਼ਨਸ ਦੇ ਨਾਲ, ਪ੍ਰੋਪਰ ਟੈਸਟ ਕਰਨ ਤੋਂ ਬਾਅਦ ਹੀ ਇੱਕ ਮੈਡੀਸਨ ਨਿਕਲ ਕੇ ਸਾਹਮਣੇ ਆਈ ਹੈ। ਐਵੇਂ ਕੋਈ ਮੈਡੀਸਨ ਨਿਕਲ ਕੇ ਸਾਹਮਣੇ ਨਹੀਂ ਆ ਗਈ, ਠੀਕ ਹੈ। ਉਹ ਇੱਕ ਪ੍ਰੋਪਰ ਰਿਸਰਚ ਹੋਈ, ਪ੍ਰੋਪਰ ਟੈਸਟ ਹੋਏ, ਜਿੰਨੀਆਂ ਦੇ 3 ਜਾਂ 4 ਫੇਜ਼ਿਸ ਸੀ ਜਿਹੜੇ, ਉਹ ਸਾਰੇ ਫੇਜ਼ਿਸ ਕਵਰ ਹੋਏ, ਉਸ ਤੋਂ ਬਾਅਦ ਜਾ ਕੇ ਉਹ ਚੀਜ਼ ਨਿਕਲ ਕੇ ਸਾਹਮਣੇ ਆਈ, ਤਾਂ ਹੀ ਲੋਕੀ ਉਸ ਦੇ ਵਿੱਚ ਟਰਸਟ ਕਰਦੇ ਹੈ। ਦੈਨ ਤੀਜੀ ਚੀਜ਼ ਨਿਕਲ ਕੇ ਆਉਂਦੀ ਹੈ, ਪੀਪਲ ਰਿਸੀਵ ਕ੍ਰੈਡਿਟ ਫॉर देयर ਆਈਡੀਆਜ਼। ਸਭ ਤੋਂ ਬੈਸਟ ਚੀਜ਼ ਹੈ, ਜਿਹੜੇ ਲੋਕੀ ਆਪਣੇ ਆਈਡੀਆਜ਼ ਦੇ ਰਹੇ ਹੈ ਉਹਨੂੰ ਉਸਦਾ ਕ੍ਰੈਡਿਟ ਮਿਲਦਾ ਹੈ, ਵੀ ਉਹਨਾਂ ਜਿਨ੍ਹਾਂ ਨੇ ਬਹੁਤ ਵਧੀਆ ਕੰਮ ਕੀਤਾ, ਇੱਕ ਓਰੀਜਨਲ ਵਰਕ ਕੀਤਾ, ਉਹਨਾਂ ਨੂੰ ਇਸ ਦਾ ਕ੍ਰੈਡਿਟ ਮਿਲਦਾ ਹੈ। ਸੋ ਇਹ ਥੋੜੀ ਪਬਲਿਕ, ਇਹ ਸਟੈਂਡਰਡਸ ਹੈ ਜਿਹੜੇ ਇਨਸ਼ੋਰ ਕਰਨੇ ਚਾਹੀਦੇ ਆਪਾਂ ਨੂੰ ਪਬਲੀਕੇਸ਼ਨਸ ਦੇ ਵਿੱਚ।
ਨੈਕਸਟ ਜੇ ਆਪਾਂ ਗੱਲ ਕਰੀਏ ਟਾਈਪਸ ਆਫ ਰਿਸਰਚ ਮਿਸਕੰਡਕਟ, ਹੁਣ ਕਿਸ ਕਿਸ ਤਰ੍ਹਾਂ ਦੀਆਂ ਮਿਸਕੰਡਕਟ ਹੋ ਸਕਦੀਆਂ ਰਿਸਰਚ ਦੇ ਵਿੱਚ। ਪਹਿਲੀ ਚੀਜ਼ ਆਪਣੇ ਕੋਲ ਆਉਂਦੀ ਹੈ ਫੈਬਰੀਕੇਸ਼ਨ ਔਰ ਕਲਾਸੀਫਿਕੇਸ਼ਨ ਆਫ ਡਾਟਾ। ਦੈਨ ਚੀਜ਼ ਆਪਣੇ ਕੋਲ ਨਿਕਲ ਕੇ ਆਉਂਦੀ ਹੈ ਜੀ ਪਲੈਗਰਿਜ਼ਮ। ਦੈਨ ਨਿਕਲ ਕੇ ਆਉਂਦੀ ਹੈ ਪ੍ਰੋਬਲਮੈਟਿਕ ਡਾਟਾ ਰਿਪਰੈਜ਼ੈਂਟੇਸ਼ਨ ਔਰ ਐਨਾਲਿਸਿਸ, failure to obtain ethical approval by research ethics committee or to obtain the subject's informed consent, inappropriate claims of authorship, duplicate publication, undisclosed conflict of the interest। ਸਭ ਤੋਂ ਪਹਿਲਾਂ ਮਿਸਕੰਡਕਟ ਜਿਹੜਾ ਨਿਕਲ ਕੇ ਆਉਂਦਾ ਆਪਣੇ ਕੋਲ ਰਿਸਰਚ ਦੇ ਵਿੱਚ ਉਹ ਆਉਂਦਾ ਹੈ ਫੈਬਰੀਕੇਸ਼ਨ ਔਰ ਦਾ ਕਲਾਸੀਫਿਕੇਸ਼ਨ ਆਫ ਦਾ ਡਾਟਾ। ਜਿਹੜਾ ਆਪਾਂ ਆਪਣੇ ਅਕੋਰਡਿੰਗਲੀ ਡਾਟਾ ਨੂੰ ਇੱਧਰ ਉੱਧਰ ਕਰ ਦਿੰਦੇ ਆ, ਉਹਨੂੰ ਫੈਬਰੀਕੇਟ ਕਰ ਦਿੰਦੇ ਆ, ਜਾਂ ਕੋਈ ਝੂਠ ਮੂਠ ਦਾ ਡਾਟਾ ਆਪਾਂ ਉਸ ਦੇ ਵਿੱਚ ਪਾ ਦਿੰਦੇ ਹਾਂ। ਇਹ ਰਿਸਰਚ ਸਭ ਤੋਂ ਬਹੁਤ ਵੱਡੀ ਡਿਸਐਡਵਾਂਟੇਜ ਹੈ ਔਰ ਇੱਕ ਮਿਸਕੰਡਕਟ ਹੈ ਜਿਹੜਾ ਨਿਕਲ ਕੇ ਸਾਹਮਣੇ ਆਉਂਦਾ, ਔਰ ਇਹ ਚੀਜ਼ ਨਹੀਂ ਹੋਣੀ ਚਾਹੀਦੀ। ਇਹ ਚੀਜ਼ ਸਾਨੂੰ ਧਿਆਨ ਰੱਖਣੀ ਚਾਹੀਦੀ ਹੈ ਤਾਂ ਜੋ ਸਾਡੇ ਕੋਲ ਇੱਕ ਜੋ ਓਰੀਜਨਲ ਰਿਜ਼ਲਟ ਆਏ ਆ ਉਹ ਓਰੀਜਨਲ ਰਿਜ਼ਲਟ ਹੀ ਆਪਾਂ ਅੱਗੇ ਲੈ ਕੇ ਜਾਣੇ ਆ। ਜਿੰਨਾ ਆਪਾਂ ਰਿਜ਼ਲਟ ਜਿਹੜੇ ਆਪਣੇ ਕੋਲ ਰਿਜ਼ਲਟ ਓਰੀਜਨਲ ਨਹੀਂ ਆਣਗੇ, ਆਪਾਂ ਉਹਨੂੰ ਆਪਣੇ ਅਕੋਰਡਿੰਗਲੀ ਜੇ ਮੋਲਡ ਕਰ ਲਾਂਗੇ ਤਾਂ ਆਪਣਾ ਰਿਸਰਚ ਕੰਮ ਠੀਕ ਤਰੀਕੇ ਨਾਲ ਨਹੀਂ ਹੋ ਸਕਦਾ। ਸੋ ਇੱਕ ਤਰੀਕੇ ਦਾ ਮਿਸਕੰਡਕਟ ਹੈ। ਪਲੈਗਰਿਜ਼ਮ, ਕਿਸੇ ਹੋਰ ਦਾ ਕੰਮ ਆਪਾਂ ਆਪ ਲਿਖਤਾ, ਪਲੈਗਰਿਜ਼ਮ ਚੈੱਕ ਨਹੀਂ ਕੀਤਾ, ਚੀਜ਼ ਪਹਿਲਾਂ ਹੋਈ ਹੋਈ ਸੀ ਉਹੀ ਚੀਜ਼ ਆਪਾਂ ਦੁਬਾਰਾ ਲੈ ਆਂਦੀ, ਦੈਟ ਇਜ਼ ਅ ਪਲੈਗਰਿਜ਼ਮ, ਉਹ ਵੀ ਚੈੱਕ ਕਰਨਾ ਚਾਹੀਦਾ। ਪ੍ਰੋਬਲਮੈਟਿਕ ਡਾਟਾ ਪ੍ਰੈਜੈਂਟੇਸ਼ਨ ਔਰ ਦਾ ਐਨਾਲਿਸਿਸ, ਆਪਾਂ ਡਾਟਾ ਪ੍ਰੈਜੈਂਟੇਸ਼ਨ ਨਹੀਂ ਹੋ ਰਿਹਾ, ਐਨਾਲਿਸਿਸ ਨਹੀਂ ਹੋ ਰਿਹਾ, ਉਸਦੇ ਆਪਾਂ ਨੂੰ ਪ੍ਰੋਬਲਮ ਆ ਰਹੀ ਹੈ ਕੁਝ ਵੀ ਐਨਾਲਿਸਿਸ ਕਰਨ ਦੇ ਵਿੱਚ, ਉਹ ਇਹ ਪ੍ਰੋਬਲਮ ਤਾਂ ਹੀ ਆਉਂਦੀ ਹੈ ਜਦੋਂ ਆਪਣਾ ਡਾਟਾ ਐਗਜ਼ੈਕਟ ਨਹੀਂ ਹੁੰਦਾ। failure to obtain ethical approval by the research ethics committee or to obtain subjects informed consent, ਸਾਨੂੰ ਰਿਸਰਚ ਐਥਿਕਸ ਕਮੇਟੀ ਤੋਂ ਇਸ ਦੀ ਅਪਰੂਵਲ ਹੀ ਨਹੀਂ ਮਿਲਦੀ, ਕੋਈ ਕੰਮ ਕਰਨ ਦੀ ਅਪਰੂਵਲ ਨਹੀਂ ਮਿਲਦੀ, ਆਪਾਂ ਨੂੰ ਕਰ ਦਿੰਦੇ ਆ, ਉਹ ਵੀ ਇੱਕ ਮਿਸਕੰਡਕਟ ਹੈ। ਠੀਕ ਹੈ, ਜਿਹੜੇ ਕੰਮ ਦੀ ਜੇ ਕੋਈ ਆਪਾਂ ਕੰਮ ਕਰਨ ਲੱਗੇ ਹਾਂ ਰਿਸਰਚ ਦਾ, ਆਪਾਂ ਨੂੰ ਪ੍ਰੋਪਰ ਉਸਦੀ ਪਰਮਿਸ਼ਨ ਲੈਣੀ ਪੈਂਦੀ ਹੈ। ਹੁਣ ਜਿਵੇਂ ਮੈਡੀਸਨ ਹੀ ਹੈ, ਜੇ ਆਪਾਂ ਮੈਡੀਸਨ ਵੀ ਲਾਂਚ ਕਰਨੀ ਹੈ ਤਾਂ ਆਪਾਂ ਨੂੰ ਪ੍ਰੋਪਰ ਉਸਦੀ ਪਹਿਲਾਂ ਅਪਰੂਵਲ ਲੈਣੀ ਪੈਂਦੀ ਹੈ, ਤਾਂ ਹੀ ਕਿਧਰੇ ਉਹ ਜਾ ਕੇ ਮੈਡੀਸਨ ਮਾਰਕੀਟ ਦੇ ਵਿੱਚ ਆ ਸਕਦੀ ਹੈ। ਜੇ ਆਪਾਂ ਅਪਰੂਵਲ ਹੀ ਨਹੀਂ ਲਾਂਗੇ ਤਾਂ ਮੈਡੀਸਨ ਮਾਰਕੀਟ ਚ ਆ ਕੇ ਉਹਨੂੰ ਮੈਡੀਸਨ ਨੂੰ ਆਪਾਂ ਮਾਰਕੀਟ ਚ ਲੈ ਕੇ ਹੀ ਨਹੀਂ ਆ ਸਕਦੇ। ਸੋ ਕੋਈ ਵੀ ਕੰਮ ਕਰਨਾ ਹੈ ਉਸਦੇ ਲਈ ਆਪਾਂ ਨੂੰ ਪਹਿਲਾਂ ਅਪਰੂਵਲ ਲੈਣੀ ਪੈਂਦੀ ਹੈ। ਜੇ ਆਪਾਂ ਨੂੰ ਅਪਰੂਵਲ ਨਹੀਂ ਮਿਲਦੀ, ਆਪਾਂ ਫੇਰ ਵੀ ਉਸਨੂੰ ਕਰ ਦਿੰਦੇ ਆ, ਤਾਂ ਅਨਐਥੀਕਲ ਕੰਮ ਹੋ ਜਾਏਗਾ, ਮਿਸਕੰਡਕਟ ਹੋ ਜਾਏਗਾ। then inappropriate claims of authorship ਦੇ ਆਪਾਂ ਅੱਗੇ ਜਾ ਕੇ ਪੁਆਇੰਟ ਵੀ ਕਰਾਂਗੇ ਅਗਲੇ ਮੋਡਿਊਲਸ ਦੇ ਵਿੱਚ। ਆਪਾਂ inappropriate claim ਕਰ ਲੈਂਦੇ ਆ authorship ਦੇ ਉੱਪਰ। authorship ਦਾ ਮਤਲਬ ਕੋਈ ਚੀਜ਼ ਲਿਖੀ ਆ, ਉਹਦੇ ਉੱਪਰ ਆਪਾਂ ਕੁਝ ਵੀ claim ਕਰ ਲੈਂਦੇ ਆ, inappropriate ਹੁੰਦਾ ਉਹ। ਡੁਪਲੀਕੇਟ ਪਬਲੀਕੇਸ਼ਨਸ ਹੋਈਆਂ, ਉਹਨੂੰ ਆਪਾਂ ਡੁਪਲੀਕੇਸੀ ਕਰ ਲੈਂਦੇ ਆ ਉਹਨਾਂ ਚੀਜ਼ਾਂ ਦੀ, ਉਹਨੂੰ ਆਪਾਂ ਡੁਪਲੀਕੇਟ ਪਬਲੀਕੇਸ਼ਨਸ ਚ ਪਾ ਲੈਂਦੇ ਆ। ਐਂਡ ਅਨਡਿਸਕਲੋਜ਼ਡ ਕਨਫਲਿਕਟ ਆਫ ਦਾ ਇੰਟਰਸਟ, ਕਨਫਲਿਕਟ ਆਫ ਇੰਟਰਸਟ ਨੂੰ ਇੱਕ ਅਨਡਿਸਕਲੋਜ਼ਡ ਰਹਿ ਜਾਂਦਾ ਹੈ। ਸੋ ਇਹ ਕੁਝ ਰਿਸਰਚ ਮਿਸਕੰਡਕਟ ਹੈ ਜਿਹੜੀਆਂ ਰਿਸਰਚ ਦੇ ਵਿੱਚ ਹੁੰਦੀਆਂ, ਇਹ ਇੱਕ ਤਰੀਕੇ ਦੀਆਂ ਬੇਸਿਕਲੀ ਇਹ ਪ੍ਰੋਬਲਮਸ ਹੈ ਜਿਹੜੀਆਂ ਉੱਥੇ ਨਹੀਂ ਹੋਣੀ ਚਾਹੀਦੀਆਂ, ਪਰ ਦੇ ਸਾਰੇ ਐਗਜ਼ਿਸਟ ਕਰਦੀਆਂ ਉਹ। ਦੈਨ ਆਬਜੈਕਟਿਵਸ ਆਫ ਦਾ ਰਿਸਰਚ ਐਥਿਕਸ। ਹੁਣ ਆਪਾਂ ਰਿਸਰਚ ਐਥਿਕਸ ਦੇ ਆਪਣੇ ਕੋਲ ਆਬਜੈਕਟਿਵਸ ਕੀ ਹੈ, ਕਿਉਂ ਲੋੜ ਹੈ ਆਪਾਂ ਨੂੰ। The first and the broadest objective is to protect human participants. The second objective is to ensure that the research is conducted in a way that serves interest of individuals, groups, and or society as a whole. Finally, the third objective is to examine specific research activities and projects for their ethical soundness, looking at the issues such as management of the risk, protection of confidentiality and the process of informed consent. The first objective ਕੀ ਹੈ, ਸਭ ਤੋਂ ਪਹਿਲਾ ਤੇ broadest objective ਹੈ to protect human participants। ਜਿਹੜੇ ਉਸਦੇ ਵਿੱਚ ਹਿਊਮਨ ਪਾਰਟਿਸਿਪੈਂਟਸ ਹੈ ਉਹਨਾਂ ਨੂੰ ਅਸੀਂ ਉਹਨਾਂ ਪਾਰਟਿਸਿਪੈਂਟਸ ਨੂੰ ਆਪਾਂ ਪ੍ਰੋਪਰ ਪ੍ਰੋਟੈਕਟ ਕਰਕੇ ਰੱਖਣਾ, ਜਿਹੜੇ ਵੀ ਉਸਦੇ ਵਿੱਚ ਆਪਣੇ ਪਾਰਟਿਸਿਪੈਂਟਸ ਹੈ। second objective is to ensure that the research is conducted in a way that serves interest of the individuals, groups and society as a ਹੋਲ, ਜਿਹੜਾ ਇੰਸ਼ੋਰ ਕਰਦੀ ਹੈ ਵੀ ਰਿਸਰਚ ਜਿਹੜੀ ਹੋ ਰਹੀ ਹੈ ਉਹ ਪ੍ਰੋਪਰ ਇੰਡੀਵਿਜੂਅਲਸ, ਗਰੁੱਪਸ ਜਾਂ ਸੋਸਾਇਟੀ ਦੀ ਐਜ਼ ਅ ਹੋਲ ਲੈ ਕੇ ਹੋਵੇ। The second objective is to ensure that the research is conducted in a way that serves interest of the individuals ਦਾ ਇੰਟਰਸਟ, ਗਰੁੱਪਸ ਦਾ ਇੰਟਰਸਟ ਤੇ ਸੋਸਾਇਟੀ ਐਜ਼ ਇੰਟਰਸਟ ਐਜ਼ ਅ ਹੋਲ ਲੈ ਕੇ ਕੰਮ ਹੋਵੇ। ਇੰਡੀਵਿਜੂਅਲ ਨਹੀਂ, ਪੂਰੇ ਦੀ ਐਜ਼ ਅ ਹੋਲ ਕੰਪਲੀਟ ਇੰਟਰਸਟ ਲੈ ਕੇ ਕੰਮ ਹੋਵੇ। Finally, the third objective is to examine the specific research activities and projects for their ethical soundness। ਤਾਂ ਜਿਹੜੇ ਆਪਣੇ ਕੋਲ ਪ੍ਰੋਜੈਕਟਸ ਹੈ ਉਹਨਾਂ ਦੀ ਆਪਾਂ ਐਥੀਕਲ ਸਾਊਂਡਨੈਸ ਚੈੱਕ ਕਰਨੀ ਹੈ, ਰਿਸਰਚ ਸਪੈਸਿਫਿਕ ਐਗਜ਼ਾਮਿਨ ਕਰਨਾ ਹੈ, ਸਪੈਸਿਫਿਕ ਰਿਸਰਚ ਐਕਟੀਵਿਟੀਜ਼ ਐਂਡ ਪ੍ਰੋਜੈਕਟਸ ਫॉर देयर ਐਥੀਕਲ ਸਾਊਂਡਨੈਸ। ਆਪਾਂ ਕੋਈ ਰਿਸਰਚ ਕੀਤੀ ਜਾਂ ਕੋਈ ਪ੍ਰੋਜੈਕਟ ਕੀਤੇ ਉਹ ਐਥੀਕਲੀ ਕਿੰਨੇ ਸਾਊਂਡ ਹੈ, ਆਪਾਂ ਇਹ ਚੀਜ਼ ਉਸ ਚੈੱਕ ਕਰਨੀ ਹੈ। Looking at the issues such as the management of the risk,
ਪ੍ਰੋਟੈਕਸ਼ਨ ਆਫ ਦਾ ਕੌਨਫੀਡੈਂਸ਼ਲੀ ਐਂਡ ਦਾ ਪ੍ਰੋਸੈਸ ਇਨਫੋਰਮਡ ਕੰਸੈਂਟ। ਇਹ ਚੀਜ਼ਾਂ ਉਸ ਦੇ ਵਿੱਚ ਆਪਣੀਆਂ ਆਉਣਗੀਆਂ। ਮੈਨੇਜਮੈਂਟ ਆਫ ਰਿਸਕ ਆਏਗਾ, ਪ੍ਰੋਟੈਕਸ਼ਨ ਆਫ ਕੌਨਫੀਡੈਂਸ਼ਲੀ ਆਊਗਾ, ਜਿਹੜਾ ਆਪਣਾ ਕੋਈ ਡਾਟਾ ਆਪਣੇ ਕੋਲ ਰੱਖਿਆ ਉਹਨੂੰ ਕਿੰਨਾ ਆਪਾਂ ਐਜ਼ ਅ ਕੌਨਫੀਡੈਂਸ਼ੀਅਲ ਯੂਜ਼ ਕਰ ਰਹੇ ਹਾਂ, ਐਂਡ ਪ੍ਰੋਸੈਸ ਆਫ ਦਾ ਇਨਫੋਰਮਡ ਕੰਸੈਂਟ। ਇਹ ਸਾਰੀਆਂ ਚੀਜ਼ਾਂ ਆਬਜੈਕਟਿਵ ਆਫ ਰਿਸਰਚ ਐਥਿਕਸ ਦੇ ਵਿੱਚ ਆਉਣਗੀਆਂ। ਕਿਉਂ ਆਪਾਂ ਰਿਸਰਚ ਐਥਿਕਸ ਆਪਾਂ ਯੂਜ਼ ਚਾਹੀਦੇ ਆ ਆਪਾਂ ਨੂੰ, ਕਿਉਂ, ਇਹ ਉਹਨਾਂ ਦੇ ਕੁਝ ਰੀਜ਼ਨਸ ਹੈ। ਫਿਰ ਆਪਣੇ ਕੋਲ ਆ ਜਾਂਦਾ ਇੰਪੋਰਟੈਂਸ ਆਫ ਦਾ ਐਥਿਕਸ ਇਨ ਪਬਲਿਕੇਸ਼ਨ। ਐਥਿਕਸ ਦੀ ਕੀ ਇੰਪੋਰਟੈਂਸ ਹੈ। ਜੇ ਸਭ ਤੋਂ ਆਪਾਂ ਪਹਿਲਾਂ ਗੱਲ ਕਰੀਏ, the research and the publication process are built on trust based upon the basic belief that the information and the data collected and reported honestly without falsification and misrepresentation। ਸਾਨੂੰ ਐਥਿਕਸ ਇਸ ਗੱਲ ਕਰਕੇ ਜ਼ਰੂਰੀ ਹੈ ਕਿਉਂਕਿ ਜਿਹੜਾ ਰਿਸਰਚ ਵਰਕ ਸਾਡੇ ਕੋਲ ਨਿਕਲ ਕੇ ਬਾਹਰ ਆਇਆ ਨਾ, ਲੋਕੀ ਉਸ ਦੇ ਉੱਪਰ ਬਿਲੀਵ ਕਰਦੇ ਆ ਵੀ ਇੱਕ ਓਨੈਸਟਲੀ ਡਾਟਾ ਕਲੈਕਟ ਕੀਤਾ ਗਿਆ ਸੀ, ਇਸ 'ਚ ਕੋਈ ਫਾਲਸੀਫਿਕੇਸ਼ਨ ਜਾਂ ਮਿਸਰੀਪ੍ਰੈਜ਼ੈਂਟੇਸ਼ਨ ਨਹੀਂ ਹੈ। ਠੀਕ ਹੈ, ਇਹ ਓਨੈਸਟਲੀ ਹੀ ਬਣਿਆ ਸੀ। ਆਪਾਂ ਫੋਰ ਐਗਜ਼ਾਮਪਲ ਕੋਈ ਆਪਾਂ ਰੈਸਟੋਰੈਂਟ ਦੇ ਉੱਪਰ ਜਾਂਦੇ ਆ, ਕਿਸੇ ਰੈਸਟੋਰੈਂਟ ਦੇ ਵਿੱਚ ਜਾ ਕੇ ਆਪਾਂ ਉੱਥੇ ਡਿਨਰ ਕਰਨ ਵਾਸਤੇ ਜਾਂਦੇ ਆ, ਆਪਾਂ ਉੱਥੇ ਡਿਨਰ ਆਰਡਰ ਕਰਦੇ ਆ, ਆਪਾਂ ਇਹੀ ਸੋਚ ਕੇ ਖਾਂਦੇ ਆ ਨਾ ਵੀ ਜਿਹੜਾ ਡਿਨਰ ਸਾਨੂੰ ਸਰਵ ਹੋ ਰਿਹਾ ਹੈ ਇਹ ਬਹੁਤ ਹਾਈਜੀਨਿਕ ਵੇ ਦੇ ਨਾਲ ਬਣਿਆ। ਇਹ ਟਰਸਟ ਹੈ। ਆਪਾਂ ਜਿਸ ਰੈਸਟੋਰੈਂਟ 'ਚ ਰੋਟੀ ਖਾਣ ਵਾਸਤੇ ਜਾ ਰਹੇ ਆ, ਆਪਾਂ ਨੂੰ ਟਰਸਟ ਹੈ ਉਸ ਰੈਸਟੋਰੈਂਟ ਦੇ ਉੱਪਰ, ਤਾਂ ਹੀ ਆਪਾਂ ਉੱਥੇ ਜਾਂਦੇ ਆ। ਸੋ ਸੇਮ ਇਸ ਦੇ ਵਿੱਚ ਵੀ ਰਿਸਰਚ ਦੇ ਵਿੱਚ ਵੀ ਪਬਲਿਕੇਸ਼ਨ ਐਥਿਕਸ ਦੇ ਵਿੱਚ ਵੀ ਇਹ ਸੇਮ ਚੀਜ਼ ਹੈ, ਕਿਉਂਕਿ ਆਪਾਂ ਇਹ ਜੋ ਰਿਜ਼ਲਟ ਹੈ ਆਪਾਂ ਉਹਦੇ ਉੱਪਰ ਬਿਲੀਵ ਕਰਦੇ ਹਾਂ ਕਿ ਉਹ ਫਾਲਸੀਫਿਕੇਸ਼ਨ ਨਹੀਂ ਹੈ ਤੇ ਕੁਝ ਵੀ ਮਿਸ ਰਿਪਰੈਜ਼ੈਂਟੇਸ਼ਨ ਉਸ ਦੇ ਵਿੱਚ ਨਹੀਂ ਹੈ। ਅੱਗੇ, ਸੋ ਦੈਟ ਦ ਰਿਜ਼ਲਟਿੰਗ ਲਿਟਰੇਚਰ ਕੈਨ ਬੀ ਯੂਜ਼ਡ ਐਜ਼ ਅ ਰਿਲਾਇਬਲ ਬੇਸਿਸ। ਔਰ ਜੋ ਸਾਡੇ ਕੋਲ ਰਿਜ਼ਲਟਿੰਗ ਲਿਟਰੇਚਰ ਨਿਕਲ ਕੇ ਆ ਰਿਹਾ, ਅਸੀਂ ਉਹਨਾਂ ਦੇ ਬੇਸਿਸ ਦੇ ਉੱਪਰ ਅੱਗੇ ਵੀ ਕੁਝ ਕੰਮ ਕਰ ਸਕੀਏ। ਅੱਗੇ ਆਪਾਂ ਨੇ ਕੰਮ ਕਰਨਾ, ਪੁਰਾਣੇ ਕੰਮ ਨੂੰ ਬੇਸ ਲੈ ਕੇ ਹੀ ਚੱਲਣਾ ਹੈ। ਜੇ ਪੁਰਾਣਾ ਹੀ ਆਪਣਾ ਗਲਤ ਹੋਏਗਾ ਤਾਂ ਆਪਾਂ ਨੂੰ ਅੱਗੇ ਅਗਲੇ ਨੂੰ ਕਿਵੇਂ ਠੀਕ ਕਰਾਂਗੇ। ਸੋ ਆਪਾਂ ਇਹ ਪਤਾ ਹੋਣਾ ਓਨੈਸਟਲੀ ਉਸ ਦੇ ਵਿੱਚ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਬਿਲਕੁਲ ਸਹੀ ਤਰੀਕੇ ਨਾਲ ਹੋਣੀਆਂ ਚਾਹੀਦੀਆਂ। then ਆਪਣੇ ਕੋਲ ਆਉਂਦਾ, it should be noted that if the published work is subsequently found to be unreliable or dishonest, not only any personal or the institution reputations are destroyed for good, research efforts building upon such published work also suffer a significantly cascading manner. Therefore, it is important for all the parties to follow the highest standard of the ethical behavior. ਜੇ ਕਿਧਰੇ ਰਿਜ਼ਲਟ ਅਨਰਿਲਾਇਬਲ ਹੋ ਗਏ ਜਾਂ ਡਿਸਓਨੈਸਟ ਹੋ ਗਏ ਤਾਂ ਪਰਸਨਲ ਨਹੀਂ, ਸਾਰੀ ਆਰਗੇਨਾਈਜੇਸ਼ਨ ਦੀ ਇਮੇਜ ਜਿਹੜੀ ਹੈ ਉਹ ਖਰਾਬ ਹੋ ਜਾਏਗੀ। ਫੋਰ ਐਗਜ਼ਾਮਪਲ, ਕੋਈ ਪ੍ਰੋਡਕਟ ਹੈ, ਠੀਕ ਹੈ ਨਾ, ਉਹ ਪ੍ਰੋਡਕਟ ਮਾਰਕੀਟ ਦੇ ਵਿੱਚ ਆ ਗਿਆ, ਠੀਕ ਹੈ, ਜਦੋਂ ਮਾਰਕੀਟ ਦੇ ਵਿੱਚ ਆਇਆ ਉਹ ਆ ਕੇ ਬਾਅਦ ਚ ਆ ਕੇ ਲੋਕਾਂ ਨੂੰ ਪਤਾ ਲੱਗਿਆ ਵੀ ਯਾਰ ਇਸ ਦਾ ਰॉ ਮਟੀਰੀਅਲ ਬਹੁਤ ਘਟੀਆ ਕੁਆਲਿਟੀ ਦਾ ਯੂਜ਼ ਕੀਤਾ ਹੋਇਆ, ਤਾਂ ਸੋਚ ਕੇ ਦੇਖੋ ਉਸ ਕੰਪਨੀ ਦੀ ਕੀ ਇਮੇਜ ਰਹਿ ਜਾਏਗੀ ਆਪਣੀ ਆਈਜ਼ ਦੇ ਵਿੱਚ, ਜਾਂ ਸੋਸਾਇਟੀ ਦੀ ਆਈਜ਼ ਦੇ ਵਿੱਚ, ਜਾਂ ਇੱਕ ਮਾਰਕੀਟ ਦੀ ਉਸ ਕੰਪਨੀ ਦੀ ਕੀ ਇਮੇਜ ਰਹਿ ਜਾਏਗੀ, ਜਿਸ ਕਰਕੇ ਉਹਦੀ ਰੈਪੂਟੇਸ਼ਨ ਖਰਾਬ ਹੋ ਜਾਏਗੀ ਸਾਰੀ। ਸੋ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰਨ ਦੇ ਲਈ ਵੀ ਆਪਾਂ ਨੂੰ ਜਿਹੜਾ ਐਥੀਕਲ ਬਿਹੇਵੀਅਰ ਦਾ ਹੋਣਾ ਬਹੁਤ ਜ਼ਰੂਰੀ ਹੈ। ਸੋ ਇਹ ਕੁਝ ਪੁਆਇੰਟ ਸੀਗੇ ਜਿਸ ਆਪਾਂ ਡਿਸਕਸ ਕੀਤੇ, ਦਾ ਇੰਪੋਰਟੈਂਸ ਆਫ ਐਥਿਕਸ ਇਨ ਦਾ ਪਬਲਿਕੇਸ਼ਨਸ। ਨੈਕਸਟ ਮੋਡਿਊਲਸ ਦੇ ਵਿੱਚ ਆਪਾਂ ਇਸ ਤੋਂ ਅੱਗੇ ਜਾ ਕੇ ਸਟੱਡੀ ਕਰਾਂਗੇ। ਸੋ ਥੈਂਕ ਯੂ ਫॉर ਲਿਸਨਿੰਗ ਟੂ ਮੀ ਐਂਡ ਥੈਂਕਸ ਟੂ ਬੀ ਦਾ ਪੇਸ਼ੈਂਸ ਆਡੀਅੰਸ। ਆਪਾਂ ਅਗਲੇ ਮੋਡਿਊਲਸ ਦੇ ਵਿੱਚ ਚੱਲਦੇ ਹਾਂ। ਥੈਂਕ ਯੂ।